सर MLA ਗਿਆਸਪੁਰ ਪਾਇਲ ਤੋਂ ਕਹਿਣ ਲੱਗੇ ਕਿ ਤੁਸੀਂ ਸਾਨੂੰ ਪਾਰਟੀ ਫੰਡ ਦਿਓ, ਤੁਸੀਂ ਗਲਤ ਕਰੋ ਸਹੀ ਕਰੋ ਕੋਈ ਮੈਟਰ ਨਹੀਂ ਕਰਦਾ ਹੈਗਾ, ਤੁਹਾਨੂੰ ਕੋਈ ਵੀ ਪੁਲਿਸ ਤੁਹਾਡੇ ਵੱਲ ਝਾਕੇਗੀ ਵੀ ਨਹੀਂ ਤੇ ਕਹਿੰਦੇ ਤੁਹਾਨੂੰ ਪੇਸ਼ ਹੋਣਾ ਪਏਗਾ ਆਪਣੇ MLA ਸਾਹਿਬ ਦੇ ਆਫਿਸ। ਇੱਕ ਕੁੜੀ ਨੂੰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪੇਸ਼ ਹੋ, ਕਿਉਂ ਪੇਸ਼ ਹੋ ਵੀ? ਜਦੋਂ मैं MLA ਸਾਹਿਬ ਨੂੰ ਮਿਲੀ ਉਹਨਾਂ ਨੇ ਮੇਰੇ ਨਾਲ ਵਧੀਆ ਤਰੀਕੇ ਨਾਲ ਗੱਲ ਨਹੀਂ ਕਰੀ, ਬਹੁਤ ਹਨਾ ਗੰਦੇ ਤਰੀਕੇ ਨਾਲ ਗੱਲ ਕਰੀ। लेकिन सर मैं मना कर दिता साफ कि नहीं भी असी जो कोई गलत काम नहीं करते तो असी कोई पार्टी फंड कोई नहीं देना। फिर उन्होंने सीधे कहता कि मैं ये जोड़ा पूरा हल्का है मेरे अंडर आंदा, असी तो इदां ही करांगे, तुसी जो करना कर लो। फिर जो मैं 10 मिनट बाद अपनी ऑफिस आई तो दुराहे की सारी पुलिस मेरे ऑफिस च वो कहने जी साडे बंदे तो एवें ही करनगे, साडे बंदे एवें ही गलत बोलणगे, तुसी जो करना कर लो, जिथे कंप्लेंट करवानी है करवा दो, साडे बंदे एवें ही करनगे। MLA साहब हाँ जी ਜਿਹੜੇ ਬੰਦੇ ਨੇ ਸਰ ਮੇਰਾ ਐਡਵੋਕੇਟ ਸੀ ਉਹ ਵੀ ਸਰ ਮੇਰੇ ਤੋਂ ਪਿੱਛੇ ਹਟ ਗਿਆ ਹੈ, ਉਹ ਵੀ ਇਹਨਾਂ ਨੇ ਡਰਾ ਧਮਕਾ ਦਿੱਤਾ ਹੈ। ਐਡਵੋਕੇਟ ਤੱਕ ਡਰਾ ਗਿਆ ਜੀ ਸਰ। ਸਰ ਮੇਰੀ 3 ਕਾਨਫਰੰਸਾਂ ਹੋਈਆਂ ਨੇ, ਉਹਨਾਂ ਨੇ ਕਵਰ ਅਪ ਵੀ ਕੀਤਾ, ਹਜੇ ਤੱਕ ਉਹਨਾਂ ਨੇ ਮੇਰੇ ਨਾਲ ਨਹੀਂ ਖੜੇ, ਹਜੇ ਤੱਕ ਕੋਈ ਨਿਊਜ਼ ਨਹੀਂ ਲਾਈ। ਮਤਲਬ ਤੁਹਾਡੀ ਖਬਰ ਵੀ ਨਹੀਂ ਲੱਗਣ ਦਿੱਤੀ ਤੁਸੀਂ? ਸਰ ਖਬਰ ਵੀ ਨਹੀਂ ਲੱਗਣ ਦਿੱਤੀ ਸੀ। ਜਿਹੜੀ ਤੁਸੀਂ ਫਾਈਲ ਲਗਾਈ ਸੀ ਉਹਦੇ ਪੈਸੇ ਤੁਸੀਂ ਭਰੇ ਸੀ? ਸਰ ਇੱਕ ਪੈਸਾ ਅਸੀਂ ਭਰਿਆ ਸੀ, ਬੱਚੇ ਤੋਂ ਅਸੀਂ ਇੱਕ ਵੀ ਰੁਪਈਆ ਨਹੀਂ ਲਿਆ ਸੀ ਜੀ। ਇਹ ਬਿਲਕੁਲ ਗਲਤ ਹੈ ਜੀ, ਸਾਡੇ ਸੰਵਿਧਾਨ ਦੇ ਵਿੱਚ ਇਹ ਕਿਤੇ ਨਹੀਂ ਲਿਖਿਆ ਹੋਇਆ ਕਿ MLA ਨੂੰ ਰਾਈਟ ਹੈ ਕੋਈ ਹੈ ਨਾ ਰਿਟਨ ਕੰਪਲੇਂਟ ਲੈਣ ਦਾ। ਇਹਦਾ ਮਤਲਬ ਸਿੱਧੀ ਨਿਆਂਪਾਲਿਕਾ ਆਪਣੇ ਲਗਾ ਰਹੇ ਨੇ। ਅਸੀਂ CM ਨੂੰ ਸਰ ਮੈਂ ਉਹਦੇ ਪਰਸਨਲ ਨੰਬਰ ਤੇ ਵੀ ਰਿਕਾਰਡਿੰਗ ਪਾਈ, ਐਪਲੀਕੇਸ਼ਨ ਪਾਈ ਹੈ ਹਨਾ, ਰਿਕੁਐਸਟ ਕੀਤੀ ਹੈ, ਉਹਨਾਂ ਦਾ ਵੀ ਰਿਵਰਟ ਨਹੀਂ ਆਇਆ। ਇਟ ਮੀਨ ਕੀ ਹੈ ਸਰ, ਸਾਰੇ ਇੱਕੋ ਹੀ ਨੇ। ਸਰ ਆਮ ਆਦਮੀ ਹੈ ਨਹੀਂ, ਇਹ ਜੋ ਕਹਿ ਰਹੇ ਨੇ ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਹੈ। ਉਹ ਇਹਨਾਂ ਨੇ ਮੈਨੂੰ ਇੱਕ ਇਹ ਵੀ ਗੱਲ ਕਹੀ, ਕਹਿੰਦੇ ਤੁਸੀਂ ਆਫਿਸ 'ਚ ਕੁੜੀਆਂ ਕਿਉਂ ਰੱਖੀਆਂ ਹੋਈਆਂ ਨੇ, ਤੁਸੀਂ ਮੁੰਡੇ ਰੱਖੋ। ਸਰ ਕਿਉਂ, ਇਹ ਜੈਂਡਰ ਮੈਟਰ ਆ ਗਿਆ? ਬਿਲਕੁਲ ਧੱਕਾ ਹੈ ਜੀ। ਅਸੀਂ ਤਾਂ ਕਹਿੰਦੇ ਸੀ ਕਿ ਅਕਾਲੀ ਐਵੇਂ ਕਰ ਰਹੇ ਨੇ ਹੈ ਨਾ, ਕਾਂਗਰਸ ਐਵੇਂ ਕਰ ਰਹੀ ਹੈ, ਤਾਂ ਉਹਨਾਂ ਤੋਂ ਵੀ ਜ਼ਿਆਦਾ ਬੁਰਾ ਹਾਲ ਹੋ ਰਿਹਾ ਜੀ। ਆਮ ਆਦਮੀ ਪਾਰਟੀ ਦੇ ਕੁਝ ਵਿਧਾਇਕ ਬੜੇ ਚਰਚਾ ਦੇ ਵਿੱਚ ਰਹਿੰਦੇ ਨੇ, ਕੁਝ ਵਿਧਾਇਕਾਂ ਆਪਣੀ ਮਰਿਆਦਾ ਵੀ ਭੁੱਲ ਜਾਂਦੇ ਨੇ। ਇੱਕ ਵਿਧਾਇਕ ਨੇ ਮਨਵਿੰਦਰ ਸਿੰਘ ਗਿਆਸਪੁਰਾ ਹਲਕਾ ਪਾਇਲ ਤੋਂ ਨੇ, ਉਹਨਾਂ ਵੱਲੋਂ ਇੱਕ ਔਰਤ ਨਾਲ ਬੀਤੇ ਦਿਨ ਇੱਕ ਵੀਡੀਓ ਆਡੀਓ ਵਾਇਰਲ ਹੁੰਦੀ ਹੈ ਜਿਸ ਵਿੱਚ ਕੋਈ ਉਹ ਬਹਿਸ ਹੋ ਰਹੀ ਹੈ। ਬਹਿਸ ਦੇ ਵਿੱਚ ਉਹ ਕਹਿ ਰਹੇ ਆ, ਜਿਹੜੀ ਲੜਕੀ ਆ ਉਹ ਕਹਿ ਰਹੀ ਹੈ ਕਿ ਜੀ ਤੁਸੀਂ ਸਬੂਤ ਦਿਓ, ਜੇ ਸਾਡੇ ਖਿਲਾਫ ਇਸ ਤਰੀਕੇ ਦੀਆਂ ਗੱਲਾਂ ਆਉਂਦੀਆਂ ਤਾਂ ਅੱਗੋਂ ਕਾਫੀ ਗਰਮ ਬੋਲਦੇ ਆ, ਪੁਲਿਸ ਦੀ ਰੇਡ ਪਵਾ ਦਿਆਂਗੇ, ਇਸ ਤਰੀਕੇ ਨਾਲ ਕਰ ਦਿਆਂਗੇ। ਉਹ ਮਾਮਲਾ ਕਾਫੀ ਗਰਮਾ ਜਾਂਦਾ। ਉਹ ਮਾਮਲਾ ਅਸਲ ਦੇ ਵਿੱਚ ਹੈ ਕਿ ਕਿੱਥੋਂ ਪੈਦਾ ਹੋਇਆ, ਕਿਉਂ MLA ਸਾਹਿਬ ਜਿਹੜੀ ਹੈ ਉਹ ਆਪਣੀ ਕੁਝ ਮਰਿਆਦਾ, ਜਿਹੜੀ ਗੱਲਾਂ ਬਾਤਾਂ ਦੀ ਮਰਿਆਦਾ ਜਿਹੜੀ ਇੱਕ ਔਰਤ ਨਾਲ ਹੁੰਦੀ ਆ ਉਹ ਭੁੱਲਦੇ ਆ। ਉਸ ਵਿਸ਼ੇ ਤੇ ਗੱਲਬਾਤ ਕਰਾਂਗੇ। ਸਾਡੇ ਨਾਲ ਉਹ ਭੈਣ ਜੀ ਨੇ ਜਿਨ੍ਹਾਂ ਨਾਲ ਉਹ ਗੱਲਬਾਤ ਹੋਈ, ਜਿਹੜੀ ਉਹ ਆਡੀਓ ਲੀਕ ਹੋਈ ਉਹਨੇ। ਭੈਣ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਆਪਣਾ ਨਾਮ ਜ਼ਰੂਰ ਦੱਸੋ। ਸਰ ਮੇਰਾ ਨਾਮ ਨੀਤੂ ਸਿੰਘ ਹੈ, ਦੁਰਾਹੇ ਤੋਂ ਯੂਨੀਵਰਸਿਟੀ ਇੰਸਟੀਚਿਊਟ ਤੋਂ ਆ ਮੈਂ ਜੀ। ਮੈਡਮ ਤੁਹਾਡੀ ਇੱਕ ਆਡੀਓ ਵਾਇਰਲ ਹੁੰਦੀ ਹੈ MLA ਸਾਹਿਬ ਨਾਲ ਗੱਲਬਾਤ ਕਰਦਿਆਂ ਦੀ, ਕੀ ਮਾਮਲਾ ਸੀ ਜੀ? ਕੀ ਗਰਮਾ ਗਰਮੀ ਕਿਸ ਗੱਲ ਕਰਕੇ ਹੋਈ? ਸਰ ਮੇਨ ਚੀਜ਼ ਸੀਗੀ ਕਿ ਇੱਕ ਬੱਚੇ ਦੀ ਫਾਈਲ ਸੀ ਸਾਡੀ, ਪ੍ਰਭਜੋਤ ਕੌਰ ਦੁਰਾਹੇ ਤੋਂ ਨਹੀਂ ਬੱਚਾ। ਸਰ ਉਹਦੀ ਫੀਸ ਸਾਰੀ ਅਸੀਂ ਭਰੀ ਹੋਈ ਸੀਗੀ ਅਤੇ ਜਿਹੜੀ ਫਾਈਲ ਸੀ ਅੰਬੈਸੀ 'ਚ ਜਾ ਚੁੱਕੀ ਸੀ ਔਰ ਉੱਥੇ ਰਿਫਿਊਜ਼ਲ ਆ ਗਈ। ਸਰ ਰਿਫਿਊਜ਼ਲ ਤੋਂ ਬਾਅਦ ਸਰ ਕੁਛ ਹੈ ਨਾ ਉਹਨਾਂ ਦਾ ਡਿਸਪਿਊਟ ਹੋਇਆ ਔਰ ਅਸੀਂ ਥਾਣੇ ਕੇਸ ਚਲੇ ਗਿਆ। ਸਰ ਉੱਥੇ ਵੀ ਸਾਡੀ ਸੈਟਲਮੈਂਟ ਹੋ ਗਈ, ਕੰਪਰਮਾਈਜ਼ ਹੋ ਗਿਆ, ਰਿਟਨ 'ਚ ਕੰਪਰਮਾਈਜ਼ ਹੋਇਆ ਕਿ ਬੱਚੇ ਦੀ ਦੁਬਾਰਾ ਫਾਈਲ ਲਾਈ ਜਾਏਗੀ ਔਰ ਸਰ ਉਹ ਜਦੋਂ ਤੱਕ ਵੀਜ਼ਾ ਨਹੀਂ ਆਏਗਾ ਬੱਚਾ ਵੇਟ ਕਰੇਗਾ। ਸਰ ਉਹ ਗੱਲ ਖਤਮ ਹੋ ਗਈ। ਉਸ ਤੋਂ ਬਾਅਦ ਸਰ ਮੈਨੂੰ ਇਹਨਾਂ ਦੇ ਆਫਿਸ 'ਚੋਂ ਫੋਨ ਆਉਂਦਾ ਏ, ਸਰ MLA ਗਿਆਸਪੁਰਾ ਦੇ ਪਾਇਲ ਤੋਂ ਜੀ। ਉਹ ਕਹਿ ਰਹੇ ਨੇ ਕਿ ਤੁਹਾਡੀ ਸਾਡੇ ਕੋਲ ਕੋਈ ਰਿਟਨ 'ਚ ਕੰਪਲੇਂਟ ਆਈ ਹੈ ਕਿ ਤੁਹਾਡੇ ਕੋਲ ਕਿਸੇ ਬੱਚੇ ਦੀ ਤੁਸੀਂ ਡਾਕੂਮੈਂਟਸ ਦੇ ਰਿਗਾਰਡਿੰਗ ਹੈਗੀ ਹੈ ਜੀ। ਸਰ ਮੈਂ ਇਹਨਾਂ ਨੂੰ ਕਿਹਾ ਵੀ ਦੇਖੋ ਸਰ, ਪਹਿਲੀ ਗੱਲ ਤਾਂ ਸਾਡੀ ਪੇਮੈਂਟ ਲੱਗੀ ਹੋਈ ਹੈ, ਤੁਸੀਂ ਸਾਡੇ ਆਫਿਸ 'ਚ ਆ ਸਕਦੇ ਹੋ, ਮੈਂ ਤੁਹਾਡੇ ਆਫਿਸ ਨਹੀਂ ਆਵਾਂਗੀ। ਮੈਂ ਜੋ ਸਹੀ ਸੀ ਉਸੇ ਤਰ੍ਹਾਂ ਕਿਹਾ। ਸਰ 2 ਪਰਸਨ ਇਹਨਾਂ ਦੇ ਪਾਰਟੀ 'ਚੋਂ ਸੀ, ਉਹ ਸਾਡੇ ਆਫਿਸ 'ਚ ਆਏ ਔਰ ਬੱਚੇ ਦੀ ਫੈਮਿਲੀ ਵੀ ਆ ਗਈ। ਜਦੋਂ ਬੱਚੇ ਦੀ ਫੈਮਿਲੀ ਆਈ ਸਰ ਸਾਰੀ ਗੱਲਬਾਤ ਖਤਮ ਹੋ ਗਈ। ਉੱਥੇ ਵੀ ਇਹੀ ਡਿਸੀਜਨ ਲਿਆ ਗਿਆ ਕਿ ਜਦੋਂ ਤੱਕ ਵੀਜ਼ਾ ਨਹੀਂ ਆਉਂਦਾ ਬੱਚੇ ਦੇ ਪੈਰੈਂਟਸ ਔਰ ਬੱਚਾ ਵੇਟ ਕਰੇਗਾ। ਸਰ ਸਾਰੀ ਗੱਲ ਖਤਮ ਹੋ ਗਈ। ਉਸ ਤੋਂ ਬਾਅਦ ਬੱਚੇ ਦੇ ਪੈਰੈਂਟਸ ਚਲੇ ਗਏ, ਉਹ ਦੋਨੋਂ ਪਰਸਨ ਮੇਰੇ ਆਫਿਸ 'ਚ ਬੈਠੇ ਰਹੇ ਔਰ ਉਹ ਪਹਿਲਾਂ ਚਾਹ ਪਾਣੀ ਪੀਤਾ, ਸਾਰੀ ਗੱਲਬਾਤ ਹੋਈ ਅਤੇ ਮੈਨੂੰ ਕਹਿਣ ਲੱਗੇ ਕਿ ਤੁਸੀਂ ਸਾਨੂੰ ਪਾਰਟੀ ਫੰਡ ਦਿਓ, ਤੁਸੀਂ ਗਲਤ ਕਰੋ ਸਹੀ ਕਰੋ ਕੋਈ ਮੈਟਰ ਨਹੀਂ ਕਰਦਾ ਹੈਗਾ, ਤੁਹਾਨੂੰ ਕੋਈ ਵੀ ਪੁਲਿਸ ਤੁਹਾਡੇ ਵੱਲ ਝਾਕੇਗੀ ਵੀ ਨਹੀਂ। लेकिन सर मैं मना कर दिता साफ कि नहीं भी असी जो कोई गलत काम नहीं करते तो असी कोई पार्टी फंड कोई नहीं देना। उस तो बाद सर वो चले जाते हैं। सैकेंड डे सर फिर मैनू फोन आता करण सियोड़े का, कहना मैं कोई जनरल सकत्तर हाँ पंजाब का आम आदमी पार्टी का, तो कहने थानू पेश होना पेगा अपने MLA साहब के ऑफिस। मैं कहा भी तुसी SSP हो DSP हो कौन हो?
ਤੇ ਮੈਨੂੰ ਫੋਨ ਤੁਸੀਂ ਕਿਉਂ ਕਰਿਆ ਜੀ ਤੇ ਕਹਿੰਦੇ ਤੁਹਾਡੀ ਰਿਟਨ 'ਚ ਕੰਪਲੇਂਟ ਆਈ ਹੋਈ ਹੈ। ਮੈਂ ਕਿਹਾ ਤੁਸੀਂ ਕੰਪਲੇਂਟ ਲੈਣ ਦਾ ਤੁਹਾਨੂੰ ਰਾਈਟ ਹੀ ਨਹੀਂ ਬਣਦਾ। ਜੀ ਇਹ ਰਾਈਟ ਹੈਗਾ ਸਾਡੇ ਆਪਣੇ ਕੋਰਟ 'ਚ ਹੈਗਾ, ਇਹ ਪੁਲਿਸ ਸਟੇਸ਼ਨ 'ਚ ਹੈਗਾ, ਇਹ ਨਾਲੇ ਤੁਹਾਨੂੰ ਜਦੋਂ ਪਤਾ ਹੀ ਨਹੀਂ ਹੈਗਾ ਕਿ ਤੁਹਾਡੇ ਬੰਦੇ ਆ ਕੇ ਵੀ ਸਾਡੇ ਨਾਲ ਹੈ ਨਾ ਕੰਪਰੋਮਾਈਜ਼ ਹੋ ਗਿਆ ਹੈ ਨਾ, ਪੁਲਿਸ ਸਟੇਸ਼ਨ 'ਚ ਕੰਪਰੋਮਾਈਜ਼ ਹੋ ਗਿਆ, ਫਿਰ ਤੁਹਾਡਾ ਰਾਈਟ ਹੀ ਨਹੀਂ ਬਣਦਾ ਮੈਨੂੰ ਫੋਨ ਕਰਨ ਦਾ। ਪਰ ਕਹਿੰਦੇ ਨਹੀਂ ਤੁਹਾਨੂੰ ਆਉਣਾ ਪਏਗਾ। ਸਰ ਜਦੋਂ ਮੈਂ ਐਮਐਲਏ ਸਾਹਿਬ ਦੇ ਆਫਿਸ ਗਈ, ਮੈਂ ਉਹਨਾਂ ਨੂੰ ਕਿਹਾ ਕਿ ਸਰ ਉਹ ਬੰਦੇ ਨੂੰ ਬੁਲਾਓ, ਉਹ ਮੈਨੂੰ ਪੇਸ਼ ਹੋਣ ਲਈ ਗਲਤ ਵਰਡਿੰਗ ਉਹਨੇ ਕਿਉਂ ਯੂਜ਼ ਕਰੀ। ਇਹ ਇੱਕ ਕੁੜੀ ਨੂੰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪੇਸ਼ ਹੋ, ਕਿਉਂ ਪੇਸ਼ ਹੋ ਵੀ ਤੁਸੀਂ ਮੈਨੂੰ ਕਹਿ ਸਕਦੇ ਹੋ ਵੀ ਬੱਚੇ ਅਸੀਂ ਤੁਹਾਡੇ ਆਫਿਸ ਆ ਰਹੇ ਹਾਂ ਵੀ ਜੋ ਵੀ ਗੱਲ ਹੈਗੀ। ਜਦੋਂ ਗੱਲ ਖਤਮ ਹੀ ਹੋ ਗਈ ਸੀ, ਪਹਿਲੀ ਗੱਲ ਸਰ ਦੁਬਾਰਾ ਬੁਲਾਉਣ ਦਾ ਮਤਲਬ ਹੀ ਨਹੀਂ ਸੀ ਬਣਦਾ। ਸੈਕਿੰਡ ਥਿੰਗ ਸਰ ਜਦੋਂ ਮੈਂ ਐਮਐਲਏ ਸਾਹਿਬ ਨੂੰ ਮਿਲੀ ਸਰ, ਉਹਦੀ ਜੋ ਵੀ ਹੈ ਨਾ ਰਿਕਾਰਡਿੰਗ ਤੇ ਮੇਰਾ ਫੋਨ ਪਹਿਲਾਂ ਹੀ ਚੱਲ ਰਿਹਾ ਸੀ ਸਰ। ਜਦੋਂ ਉਹਨਾਂ ਨਾਲ ਗੱਲ ਹੋਈ, ਉਹ ਮੈਨੂੰ ਕਹਿੰਦੇ ਵੀ ਉਹਨਾਂ ਨੇ ਮੇਰੇ ਨਾਲ ਵਧੀਆ ਤਰੀਕੇ ਨਾਲ ਗੱਲ ਨਹੀਂ ਕਰੀ, ਬਹੁਤ ਹੈ ਨਾ ਗੰਦੇ ਤਰੀਕੇ ਨਾਲ ਗੱਲ ਕਰੀ, ਔਰ ਕਹਿੰਦੇ ਰਿਟਨ 'ਚ ਕੰਪਲੇਂਟ ਲਈ ਹੈ। ਤੇ ਸਰ ਫਿਰ ਉਹਨਾਂ ਨੇ ਫੋਨ ਕੀਤਾ ਆਪਣੇ ਐਸਐਚਓ ਦੁਰਾਹਾ ਨੂੰ, ਉਹਨਾਂ ਨੂੰ ਕਹਿਣ ਲੱਗੇ ਸਰ ਕਿ ਇਹਨਾਂ ਦੇ ਆਫਿਸ ਜਾਓ, ਆਫਿਸ 'ਚ ਜਾ ਕੇ ਸਾਰੇ ਡਾਕੂਮੈਂਟ ਚੈੱਕ ਕਰੋ, ਸ਼ਾਮ ਤੱਕ ਮੈਨੂੰ ਲਿਸਟ ਚਾਹੀਦੀ ਹੈ, ਨਹੀਂ ਲੋ ਕਰ ਦਿਓ। ਸਰ ਇੱਕ ਤਾਂ ਹੁੰਦਾ ਧਮਕੀ ਦੇਣਾ, ਦੂਜਾ ਹੁੰਦਾ ਕਾਰਵਾਈ ਵੀ ਕਰਨਾ। ਇਹਨਾਂ ਨੇ ਕਾਰਵਾਈ ਵੀ ਕਰਵਾਈ ਸਰ। ਜਦੋਂ ਮੈਂ 10 ਮਿੰਟ ਬਾਅਦ ਆਪਣੇ ਆਫਿਸ ਆਈ ਤਾਂ ਦੁਰਾਹੇ ਦੀ ਸਾਰੀ ਪੁਲਿਸ ਮੇਰੇ ਆਫਿਸ 'ਚ। ਤੇ ਸਰ ਜਦੋਂ ਸਾਡੇ ਡਾਕੂਮੈਂਟ ਅਸੀਂ ਉਹਨਾਂ ਨੂੰ ਦਿਖਾ ਦਿੱਤੇ, ਉਹਨਾਂ ਕੋਲ ਕੋਈ ਵਾਰੰਟ ਲੈਟਰ ਨਹੀਂ ਸੀ, ਕੁਝ ਨਹੀਂ ਸੀਗਾ ਸਰ। ਫਿਰ ਸਰ ਦੱਸੋ ਤੁਸੀਂ, ਅਸੀਂ ਆਮ ਆਦਮੀ ਹੈਗੇ ਆ? ਤੁਹਾਨੂੰ ਲੱਗਦਾ ਕਿ ਅਸੀਂ ਆਮ ਆਦਮੀ ਜੀ ਨਹੀਂ। ਉਹਨਾਂ ਨੇ ਜਦੋਂ ਤੁਸੀਂ ਉਹਨਾਂ ਕੋਲੇ ਗਏ, ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਵੀ ਸਰ ਤੁਸੀਂ ਮੈਨੂੰ ਕਿਵੇਂ ਬੁਲਾ ਸਕਦੇ ਹੋ, ਜਾਂ ਤੁਹਾਡੇ ਕੋਲੇ ਕੀ ਅਧਿਕਾਰ ਹੈ ਕਿ ਇੱਕ ਐਮਐਲਏ ਕੋਲੇ ਕਿਹੜੀ ਪਾਵਰ ਹੁੰਦੀ ਹੈ ਵੀ ਤੁਸੀਂ ਮੈਨੂੰ? ਮੈਂ ਪੁੱਛਿਆ ਉਹਨਾਂ ਨੂੰ, ਉਹ ਕਹਿੰਦੇ ਜੀ ਸਾਡੇ ਬੰਦੇ ਤਾਂ ਐਵੇਂ ਹੀ ਕਰਨਗੇ, ਸਾਡੇ ਬੰਦੇ ਐਵੇਂ ਹੀ ਗਲਤ ਬੋਲਣਗੇ, ਤੁਸੀਂ ਜੋ ਕਰਨਾ ਕਰ ਲਓ, ਜਿੱਥੇ ਕੰਪਲੇਂਟ ਕਰਵਾਉਣੀ ਹੈ ਕਰਵਾ ਦਿਓ। ਉਹ ਕਹਿੰਦੇ ਅੱਗੋਂ ਜੀ ਬਿਲਕੁਲ ਐਵੇਂ ਕਹਿੰਦੇ ਨੇ। ਸਾਰੇ 150 ਬੰਦਾ ਬੈਠਾ ਸੀ ਸਰ, ਉਹਨਾਂ ਦੀ ਸਾਰੀ ਫੋਰਸ ਵੀ ਸੀਗੀ, ਜਿਹੜੇ ਉਹਦੇ ਗਾਰਡ ਵਗੈਰਾ ਨੇ ਸਾਰੇ ਉਹਦੇ ਆਫਿਸ 'ਚ ਗੱਲ ਹੋਈ ਹੈ, ਉੱਥੇ ਇਹ ਗੱਲ ਬੋਲੀ। ਜੀ ਤੇ ਉਹਨਾਂ ਨੂੰ ਇਹ ਨਹੀਂ ਪੁੱਛਿਆ ਵੀ ਜਦੋਂ ਸੱਤਾ ਵਿੱਚ ਆਉਣਾ ਸਰਕਾਰ ਆਉਣੀ ਸੀ ਵੀ ਉਹ ਕਹਿੰਦੇ ਹੁੰਦੇ ਸੀ ਕਿ ਔਰਤਾਂ ਦੀ ਮਹਿਲਾਵਾਂ ਦੀ ਬੜੀ ਇੱਜ਼ਤ ਕੀਤੀ ਜਾਵੇਗੀ, ਸਮੱਸਿਆ ਨਹੀਂ, ਤੇ ਵੀ ਤੁਸੀਂ ਮੈਨੂੰ ਆਫਿਸ ਬੁਲਾ ਕੇ ਇਸ ਤਰੀਕੇ ਨਾਲ ਬੋਲ ਰਹੇ ਹੋ? ਸਰ ਉਹਨਾਂ ਨੇ ਸਿੱਧੇ ਹੀ ਕਹਿ ਤਾ ਕਿ ਮੈਂ ਇਹ ਜਿਹੜਾ ਪੂਰਾ ਹਲਕਾ ਹੈ ਮੇਰੇ ਅੰਡਰ ਆਂਦਾ, ਅਸੀਂ ਤਾਂ ਇਦਾਂ ਹੀ ਕਰਾਂਗੇ, ਤੁਸੀਂ ਜੋ ਕਰਨਾ ਕਰ ਲਓ। ਫਿਰ ਸਰ ਮੈਂ ਕੀ ਕਹਿਣਾ ਸੀ ਉੱਥੇ ਜੀ, ਇਸ ਤਰੀਕੇ ਨਾਲ ਹੀ ਕਰਾਂਗੇ। ਫਿਰ ਸਰ ਉਸ ਤੋਂ ਬਾਅਦ ਮੈਂ ਡੀਜੀਪੀ ਸਾਹਿਬ ਨੂੰ ਤੇ ਇੱਕ ਸੀਐਮ ਨੂੰ ਕੰਪਲੇਂਟ ਕਰ ਦਿੱਤੀ ਹੈ, ਤੇ ਉਹਨਾਂ ਨੇ ਜਿਹੜੀ ਕੰਪਲੇਂਟ ਹੈ ਐਸਐਸਪੀ ਨੂੰ ਮਾਰਕ ਕੀਤੀ ਹੋਈ ਹੈ। ਹੁਣ ਵੇਖਦੇ ਹਾਂ, ਮੈਨੂੰ ਆਪਣੇ ਕਾਨੂੰਨ ਤੇ ਪੂਰਾ ਯਕੀਨ ਹੈ, ਕਿਉਂਕਿ ਸਰ ਆਮ ਆਦਮੀ ਹੈ ਨਹੀਂ ਇਹ ਜੋ ਕਹਿ ਰਹੇ ਨੇ, ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਹੈ ਇਹ। ਉਹ ਲੱਗ ਨਹੀਂ ਰਿਹਾ? ਨਹੀਂ ਸਰ ਬਿਲਕੁਲ ਵੀ ਨਹੀਂ ਲੱਗ ਰਿਹਾ, ਕਿਉਂਕਿ ਜਿਹੜੇ ਆਪਣੀ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਕਰਦੇ। ਮੈਂ ਉਹਨੂੰ ਬਾਰ-ਬਾਰ ਪਰਸਨ ਨੂੰ ਕਹਿ ਰਹੀ ਸੀ ਕਿ ਮੈਂ ਤੁਹਾਡੀ ਡਾਟਰ ਦੀ ਤਰ੍ਹਾਂ ਆਈ, ਲੇਕਿਨ ਇੱਕ ਵੀ ਰਿਵਰਟ ਨਹੀਂ ਆਇਆ। ਮੈਨੂੰ ਇੱਕ ਵਾਰ ਮੈਡਮ ਵੀ ਕਹਿ ਦਿੰਦੇ ਨਾ, ਕੋਈ ਸਰ ਮੈਨੂੰ ਲੱਗ ਹੀ ਨਹੀਂ ਰਿਹਾ ਸੀ ਕਿ ਉਹ ਕੋਈ ਐਮਐਲਏ ਆ। ਉਹਨਾਂ ਨੂੰ ਐਮਐਲਏ ਬਣਨ ਦੀ ਸਰ ਪਹਿਲਾਂ ਵੀ ਇਹਦਾ ਕ੍ਰਿਮੀਨਲ ਰਿਕਾਰਡ ਹੈ ਨਾ। ਜਦੋਂ ਇਹਨਾਂ ਨੇ ਸਰ ਇਲੈਕਸ਼ਨ ਲੜੇ ਉਸ ਟਾਈਮ ਵੀ ਇਹਨਾਂ ਤੇ 2 ਪਰਚੇ ਸੀਗੇ। ਇਹਨਾਂ ਨੇ ਪੁਲਿਸ ਨੂੰ ਇਹਨਾਂ ਦੇ ਧੱਕੇ ਨਾਲ ਕੰਮ ਕਰਵਾਉਂਦੇ ਨੇ, ਪੁਲਿਸ ਵੀ ਇਹਦੇ ਅੰਡਰ ਚੱਲ ਰਹੀ ਹੈ। ਫਿਰ ਅਸੀਂ ਦੱਸੋ ਸਰ ਕਿੱਥੇ ਜਾਈਏ ਜੀ? ਮਤਲਬ ਜਦੋਂ ਇਹਨਾਂ ਨੇ ਐਸਐਚਓ ਨੂੰ ਫੋਨ ਕੀਤਾ ਤੁਸੀਂ ਉੱਥੇ ਮੌਜੂਦ ਸੀ? ਵੀ ਕਰੋ ਮੇਰੀ ਰਿਕਾਰਡਿੰਗ 'ਚ ਜੀ ਬਿਲਕੁਲ ਹੀ ਹੈ, ਮੈਂ ਉੱਥੇ ਮੌਜੂਦ ਸੀ, ਸਾਰੀ ਪਰਸਨ ਉੱਥੇ ਮੌਜੂਦ ਸੀ, ਹੋਰ ਵੀ ਜਿਹੜੀ ਪਬਲਿਕ ਬੈਠੀ ਸੀ ਜੀ। ਇੱਕ ਪਾਸੇ ਤਾਂ ਇਹ ਸਰਕਾਰ ਕਹਿੰਦੀ ਹੁੰਦੀ ਸੀ ਵੀ ਅਸੀਂ ਇਹੋ ਜਿਹਾ ਕਲਚਰ ਹੀ ਖਤਮ ਕਰ ਦੇਣਾ, ਜਿਹੜੇ ਦੂਜੀਆਂ ਪਾਰਟੀਆਂ ਦੀਆਂ ਵੀ ਸਾਡੇ ਕਾਨੂੰਨ ਆਪਦੇ ਹਿਸਾਬ ਨਾਲ ਕੰਮ ਕਰੂਗਾ। ਫਿਰ ਤੁਹਾਨੂੰ ਲੱਗਦਾ ਵੀ ਕਰ ਰਿਹਾ ਐਮਐਲਏ ਦਾ ਦਖਲਅੰਦਾਜ਼ੀ? ਬਿਲਕੁਲ ਧੱਕਾ ਹੈ ਜੀ। ਅਸੀਂ ਤਾਂ ਕਹਿੰਦੇ ਸੀ ਕਿ ਅਕਾਲੀ ਐਵੇਂ ਕਰ ਰਹੇ ਨੇ ਹੈ ਨਾ, ਕਾਂਗਰਸ ਐਵੇਂ ਕਰ ਰਹੀ ਹੈ, ਤਾਂ ਉਹਨਾਂ ਤੋਂ ਵੀ ਜ਼ਿਆਦਾ ਬੁਰਾ ਹਾਲ ਹੋ ਰਿਹਾ ਜੀ ਉਹਨਾਂ ਨਾਲੋਂ ਵੀ ਜ਼ਿਆਦਾ ਬੁਰਾ? ਬਿਲਕੁਲ ਜੀ ਬਿਲਕੁਲ। ਤੁਸੀਂ ਸੋਚਿਆ ਸੀ ਇਸ ਤਰੀਕੇ ਨਾਲ ਵੀ ਕਦੇ ਪਹਿਲਾਂ ਇਹੋ ਜਿਹੀ ਸਮੱਸਿਆ? ਤੁਸੀਂ ਕਦੋਂ ਤੋਂ ਕੰਮ ਕਰ ਰਹੇ ਹੋ? ਸਰ ਮੈਨੂੰ 4 ਸਾਲ ਹੋ ਗਏ, ਅੱਜ ਤੱਕ ਪੁਲਿਸ ਸਾਡੇ ਆਫਿਸ 'ਚ ਕਦੇ ਵਿਜ਼ਿਟ ਹੀ ਨਹੀਂ ਕੀਤਾ। ਫਸਟ ਟਾਈਮ ਹੋਇਆ, ਉਹ ਵੀ ਇਹਨਾਂ ਦੇ ਪਾਰਟੀ ਫੰਡ ਸੀਗਾ ਸਰ, ਮੇਨ ਇਸ਼ੂ ਸੀ ਪਾਰਟੀ ਫੰਡ। ਮੈਂ ਮਨਾ ਕਰਤਾ ਸਰ, ਤਾਂ ਕਰਕੇ ਇਹ ਸਾਰਾ ਕੁਝ ਹੋਇਆ। ਤੁਸੀਂ ਮਨਾ ਕਰਤਾ ਤਾਂ? ਜੀ ਬਿਲਕੁਲ ਜੀ। ਪਹਿਲਾਂ ਸਰਕਾਰ ਰਹੀ ਆ, ਉਹ ਸਰਕਾਰ ਦੇ ਵਿੱਚ ਕਿਸੇ ਐਮਐਲਏ ਨੇ ਤੁਹਾਨੂੰ ਬੁਲਾਇਆ ਹੋਵੇ? ਕਿਸੇ ਨੇ ਨਹੀਂ ਬੁਲਾਇਆ ਸਰ, ਸਾਰਿਆਂ ਨੇ ਮੇਰੀ ਗੱਲ ਵੀ ਹੁੰਦੀ ਹੈ ਨਾ। ਲਖਵੀਰ ਸਿੰਘ ਲੱਖਾ ਸੀਗੇ, ਉਹਨਾਂ ਨਾਲ ਵੀ ਹਮੇਸ਼ਾ ਗੱਲ ਹੁੰਦੀ, ਉਹਨਾਂ ਨੇ ਕਦੇ ਐਵੇਂ ਦਾ ਕੁਝ ਨਹੀਂ ਗਲਤ ਕੀਤਾ ਜੀ। ਇੱਕ ਆਡੀਓ ਦੇ ਵਿੱਚ ਹੋਰ ਚੀਜ਼ ਆ ਰਹੀ ਹੈ, ਉਹ ਲੜਕੀਆਂ ਦੇ ਰੱਖਣ ਸੰਬੰਧੀ, ਉਹ ਕੀ ਸੀ? ਸਰ ਉਹ ਇਹਨਾਂ ਨੇ ਮੈਨੂੰ ਇੱਕ ਇਹ ਵੀ ਗੱਲ ਕਹੀ, ਕਹਿੰਦੇ ਤੁਸੀਂ ਆਫਿਸ 'ਚ ਕੁੜੀਆਂ ਕਿਉਂ ਰੱਖੀਆਂ ਹੋਈਆਂ ਨੇ, ਤੁਸੀਂ ਮੁੰਡੇ ਰੱਖੋ। ਸਰ ਕਿਉਂ? ਇਹ ਜੈਂਡਰ ਮੈਟਰ ਆ ਗਿਆ। ਅਸੀਂ ਇਸ ਦਾ ਮਤਲਬ ਜਿਹੜੀ ਸਰਕਾਰ ਕਹਿ ਰਹੀ ਹੈ ਕਿ ਤੁਹਾਨੂੰ 33% ਰਿਜ਼ਰਵੇਸ਼ਨ ਦਿੱਤੀ ਹੈ, ਉਹ ਕਿੱਥੇ ਹੈ? ਫਿਰ ਉਹ ਨਾ ਦੇਣ। ਇਹਦਾ ਮਤਲਬ ਜਿਹੜੇ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਹੈ ਨਾ ਕੁੜੀਆਂ ਨੂੰ ਹੈ ਨਾ ਫ੍ਰੀ ਕਰ ਦਿੱਤਾ ਇਹਨਾਂ ਨੇ, ਵੀ ਉਹ ਘਰੇ ਬੈਠਣ, ਉਹ ਕਮਾਣ ਨਾ ਹੈ ਨਾ, ਕਮਾਣ ਜੋਗੇ ਅਸੀਂ ਛੱਡਣਾ ਹੀ ਨਹੀਂ ਉਹਨਾਂ ਨੂੰ ਕਿ ਉਹ ਸਾਡੇ ਅੰਡਰ ਹੀ ਕੰਮ ਕਰਨ। ਇਹਦਾ ਮਤਲਬ ਤਾਂ ਇਹੀ ਹੋਇਆ ਨਾ ਜੀ। ਨਹੀਂ ਜਿਹੜੀ ਇਹ ਇੱਕ ਮਿੰਟ ਇਹ ਕਹਿ ਰਿਹਾ ਕਿ ਸਾਡੇ ਕੋਲੇ ਕੰਪਲੇਂਟ ਆਈ ਹੈ ਜੀ ਇਸ ਤਰੀਕੇ ਦੇ ਨਾਲ, ਕੀ ਤੁਹਾਨੂੰ ਪਤਾ ਵੀ ਕਿ ਇਸ ਤਰੀਕੇ ਨਾਲ ਐਮਐਲਏ ਕੰਪਲੇਂਟ ਲੈ ਸਕਦਾ? ਤੁਸੀਂ ਗੱਲ ਸਰ ਇਹ ਬਿਲਕੁਲ ਗਲਤ ਹੈ ਜੀ। ਸਾਡੇ ਸੰਵਿਧਾਨ ਦੇ ਵਿੱਚ ਇਹ ਕਿਤੇ ਨਹੀਂ ਲਿਖਿਆ ਹੋਇਆ ਕਿ ਐਮਐਲਏ ਨੂੰ ਰਾਈਟ ਹੈ ਕੋਈ ਹੈ ਨਾ ਰਿਟਨ ਕੰਪਲੇਂਟ ਲੈਣ ਦਾ। ਇਹਦਾ ਮਤਲਬ ਸਿੱਧੀ ਨਿਆਂਪਾਲਿਕਾ ਆਪਣੇ ਲਗਾ ਰਹੇ ਨੇ। ਫਿਰ ਸਰ ਇੱਕ ਕੰਮ ਕਰਨਾ ਚਾਹੀਦਾ ਇਹਨਾਂ ਨੂੰ, ਜਿਹੜੀ ਆਮ ਆਦਮੀ ਸਰਕਾਰ ਹੈਗੀ ਹੈ, ਇਹਨਾਂ ਨੂੰ ਸਰ ਸਿੱਧਾ ਬੰਦ ਕਰਨ ਜੀ, ਕੋਰਟ ਵੀ ਬੰਦ ਕਰ ਦੇਣ, ਪੁਲਿਸ ਸਟੇਸ਼ਨ ਬੰਦ ਕਰਨ, ਇਹਨਾਂ ਨੂੰ ਵਰਦੀਆਂ ਪਵਾ ਕੇ ਕੰਮ ਕਰਵਾਓ ਜੀ ਇਹਨਾਂ ਤੋਂ ਜੀ। ਐਮਐਲਏ ਨੂੰ ਜੱਜ ਦਾ ਵੀ ਇਖਤਿਆਰ ਦੇ ਦੇਣਾ ਚਾਹੀਦਾ ਤੇ ਪੁਲਿਸ ਦਾ। ਹਾਂਜੀ, ਇਹ ਆਪਣੀ ਕਚਹਿਰੀ ਜਿਸ ਤਰ੍ਹਾਂ ਬਿਹਾਰ 'ਚ ਲੱਗ ਰਹੀ ਸੀ ਆਪਣੀ ਲਗਾਣ,
ਜੋ ਮਰਜ਼ੀ ਫੈਸਲੇ ਸੁਣਾਈ ਜਾਣ ਖਾ ਹਾਂਜੀ ਫਿਰ ਤਾਂ ਉਹੀ ਚੀਜ਼ ਹੋਈ ਸਰ ਵੀ ਸਾਡੀ ਸਰਕਾਰ ਹੈ, ਸਾਡੇ ਫੈਸਲੇ ਅਸੀਂ ਐਲੀਗੇਟ ਕਰਾਂਗੇ, ਚੀਟਰ ਕਵਾਂਗੇ ਕਿਸੇ ਨੂੰ। ਸਰ ਚੀਟਰ ਕਿਵੇਂ ਕਹਿ ਸਕਦੇ ਨੇ? ਮੇਰੇ ਤੇ ਕੋਈ ਪ੍ਰੂਫ ਹੋਇਆ ਕਿਸੇ ਚੀਜ਼ ਦਾ? ਮੇਰੀ ਕੋਈ ਕੰਪਲੇਂਟ ਹੈ? ਕਿਵੇਂ ਕਹਿ ਸਕਦੇ ਸਰ ਚੀਟਰ ਇਹ? ਜਿਹੜੀ ਤੁਸੀਂ ਫਾਈਲ ਲਗਾਈ ਸੀ ਉਹਦੇ ਪੈਸੇ ਤੁਸੀਂ ਭਰੇ ਸੀ ਖੁਦ? ਸਰ ਇੱਕ ਪੈਸਾ ਅਸੀਂ ਭਰਿਆ ਸੀ, ਬੱਚੇ ਤੋਂ ਅਸੀਂ ਇੱਕ ਵੀ ਰੁਪਈਆ ਨਹੀਂ ਲਿਆ ਸੀ ਜੀ। ਆਫਟਰ ਵੀਜ਼ਾ ਪੇਮੈਂਟ ਸੀ ਜੀ। ਤੇ ਫਿਰ ਵੀ ਤੁਹਾਡੇ ਤੇ ਏਡਾ ਮਤਲਬ ਇਸ ਤਰੀਕੇ ਨਾਲ ਤੁਹਾਡੇ ਨਾਲ ਸਰ ਬੱਚੇ ਦਾ ਸਾਡੇ ਨਾਲ ਕੋਈ ਰੋਲਾ ਨਹੀਂ ਹੈ, ਬੱਚਾ ਸਾਡੇ ਨਾਲ ਸੀ, ਕੰਪਰੋਮਾਈਜ਼ ਹੋਇਆ ਹੋਇਆ ਸੀ। ਸਿਰਫ ਇਹਨਾਂ ਨੇ ਹੀ ਉਹਨਾਂ ਤੋਂ ਜਾਣਬੁੱਝ ਕੇ ਐਪਲੀਕੇਸ਼ਨ ਲਈ ਹੈ ਤਾਂ ਕਿ ਸਾਡੇ ਤੋਂ ਕੁਛ ਨਾ ਕੁਛ ਇਹ ਵਸੂਲ ਕਰ ਪਾਣ ਜੀ। ਮਤਲਬ ਤੁਹਾਡਾ ਕਹਿਣ ਦਾ ਮਤਲਬ ਹੈ ਵੀ ਮੁੱਖ ਮਕਸਦ ਉਹਨਾਂ ਦਾ ਸੀ ਵੀ ਪਾਰਟੀ ਫੰਡ ਕਿਸ ਹਿਸਾਬ ਨਾਲ ਪਾਰਟੀ ਫੰਡ ਲੈਣਾ। ਬਿਲਕੁਲ ਜੀ ਜੀ। ਹੁਣ ਤੁਹਾਨੂੰ ਲੱਗਦਾ ਵੀ ਤੁਸੀਂ ਕਿਤੇ ਤੁਸੀਂ ਕਿਹਾ ਵੀ ਸੀਐਮ ਕੋਈ ਆਇਆ ਰਿਪਲਾਈ ਉਧਰੋਂ ਸੀਐਮ ਸਾਹਿਬ ਨੂੰ? ਸਰ ਸੀਐਮ ਸਾਹਿਬ ਦਾ ਉਹਨਾਂ ਨੇ ਰਿਵਰਟ ਕੀਤਾ ਕਿ ਤੁਸੀਂ ਡੀਜੀਪੀ ਦੀ ਮੇਲ ਤੇ ਮੇਲ ਕਰੋ ਹਨਾ, ਲੇਕਿਨ ਉਹ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ ਜੀ। ਆਨਲਾਈਨ ਪੈਂਡਿੰਗ ਸਟੇਟਸ ਦਿਖਾ ਰਿਹਾ ਹਜੇ। ਮੈਨੂੰ ਨਹੀਂ ਸਰ ਲੱਗਦਾ ਕਿ ਇਹ ਕੁਝ ਕਰਨ ਦੇਣਗੇ ਕਿਉਂਕਿ ਪੁਲਿਸ ਤਾਂ ਪਹਿਲਾਂ ਹੀ ਐਮਐਲਏ ਦੇ ਅੰਡਰ ਚੱਲ ਰਹੀ ਹੈ ਜੀ। ਤੇ ਜੇਕਰ ਇਹ ਪੁਲਿਸ ਕਾਰਵਾਈ ਨਹੀਂ ਕਰਦੀ ਫਿਰ ਤੁਹਾਡਾ ਅਗਲਾ ਰਸਤਾ ਕੀ ਹੋਵੇਗਾ? ਅਗਲਾ ਰਸਤਾ ਸਰ ਹਾਈ ਕੋਰਟ ਹੈ ਔਰ ਮੈਂ ਜਦੋਂ ਤੱਕ ਲੜਾਂਗੀ ਜਦ ਤੱਕ ਮੇਰੇ 'ਚ ਜਾਨ ਹੈਗੀ ਹੈ, ਕਿਉਂਕਿ ਇਹਨਾਂ ਨੇ ਸਰ ਮੇਰਾ ਐਡਵੋਕੇਟ ਸੀ ਉਹ ਵੀ ਸਰ ਮੇਰੇ ਤੋਂ ਪਿੱਛੇ ਹਟ ਗਿਆ ਹੈ, ਉਹ ਵੀ ਇਹਨਾਂ ਨੇ ਡਰਾ ਧਮਕਾ ਦਿੱਤਾ ਹੈ। ਐਡਵੋਕੇਟ ਤੱਕ ਡਰਾ ਗਿਆ ਹੈ ਜੀ ਸਰ ਮੇਰੀ 3 ਕਾਨਫਰੰਸਾਂ ਹੋਈਆਂ ਨੇ, ਉਹਨਾਂ ਨੇ ਕਵਰ ਅਪ ਵੀ ਕੀਤਾ, ਹਜੇ ਤੱਕ ਉਹਨਾਂ ਨੇ ਮੇਰੇ ਨਾਲ ਨਹੀਂ ਖੜੇ, ਹਜੇ ਤੱਕ ਕੋਈ ਨਿਊਜ਼ ਨਹੀਂ ਲਾਈ। ਇਹ ਹੈ ਸਰ ਸਾਡੇ ਦੇਸ਼ ਦਾ ਨਿਆਂ ਜੋ ਚੱਲ ਰਿਹਾ ਅੱਜ ਦੇ ਸਮੇਂ। ਮਤਲਬ ਤੁਹਾਡੀ ਖਬਰ ਵੀ ਨਹੀਂ ਲੱਗਣ ਦਿੱਤੀ ਤੁਸੀਂ? ਸਰ ਖਬਰ ਵੀ ਨਹੀਂ ਲੱਗਣ ਦਿੱਤੀ ਜੀ। ਚੱਲੀ ਨਹੀਂ? ਤੁਸੀਂ ਕੀਤੀ ਪ੍ਰੈਸ ਕਾਨਫਰੰਸ? ਪ੍ਰੈਸ ਕਾਨਫਰੰਸ ਕੀਤੀ ਜੀ, ਖੰਨਾ 'ਚ ਕੀਤੀ ਹੈ, ਮੇਰੇ ਕੋਲ ਤਾਂ ਲਿੰਕ ਵੀ ਪਿਆ। ਹਜੇ ਤੱਕ ਉਹ ਕਹਿ ਰਹੇ ਨੇ ਸਟੇਟਮੈਂਟ ਦੇਣਗੇ, ਇਹਨਾਂ ਨੇ ਸਟੇਟਮੈਂਟ ਨਹੀਂ ਦਿੱਤੀ, ਇਸ ਕਰਕੇ ਸਰ ਉਹਨਾਂ ਨੇ ਚਲਾਈ ਨਹੀਂ ਸਰ। ਹੁਣ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਸੀ, ਜਿਹੜੀ ਵੱਡੀਆਂ ਗੱਲਾਂ ਕਰਕੇ ਆਈ ਸੀ, ਬੜੇ ਵਾਅਦੇ ਕਰਕੇ ਆਈ ਸੀ, ਲੱਗ ਰਿਹਾ ਜਿਵੇਂ ਤੁਸੀਂ ਤੁਹਾਡੇ ਨਾਲ ਵਾਪਰੀ ਵੀ ਉਹ ਵਾਅਦੇ ਪੂਰੇ ਹੋ ਰਹੇ ਆ? ਸਰ ਦੇਖੋ ਮੈਂ ਪੂਰੀ ਪਾਰਟੀ ਨੂੰ ਨਹੀਂ ਐਲੀਗੇਟ ਕਰਨਾ ਚਾਹੂੰਗੀ, ਮੈਂ ਤਾਂ ਸਿਰਫ ਇੱਕ ਦੇਖੋ ਜਦੋਂ ਆਪਾਂ ਦਾਲ ਬਣਾਉਂਦੇ ਆ ਨਾ ਉਹ 'ਚ ਸਿਰਫ ਆਪਾਂ ਇੱਕ ਪੀਸ ਚੱਕ ਕੇ ਦੇਖਦੇ ਹੁੰਦੇ ਆ ਕਿ ਪੱਕੇ ਹੋਇਆ। ਜਦੋਂ ਮੈਂ ਤਾਂ ਐਮਐਲਏ ਨੂੰ ਸਰ ਦੇਖਿਆ ਮੇਰੇ ਸਾਹਮਣੇ ਤਾਂ ਮੈਨੂੰ ਨਹੀਂ ਲੱਗਦਾ ਕਿ ਸਾਰੀ ਦਾਲ ਹੀ ਖਰਾਬ ਹੈ। ਬਿਲਕੁਲ ਜੀ। ਤੁਹਾਡੇ ਹਲਕੇ ਦਾ ਐਮਐਲਏ ਤੁਹਾਨੂੰ ਇਹ ਤੋਂ ਐਗਜ਼ਾਮਪਲ ਲੱਗੀ ਵੀ ਗਲਤ ਹੈ ਕੰਮ? ਜੀ ਜੇ ਇੱਕ ਬੰਦਾ ਗਲਤ ਹੋ ਸਕਦਾ ਇਟ ਮੀਨ ਜਦੋਂ ਤੱਕ ਹੁਣ ਅਸੀਂ ਸੀਐਮ ਨੂੰ ਸਰ ਮੈਂ ਉਹਦੇ ਪਰਸਨਲ ਨੰਬਰ ਤੇ ਵੀ ਰਿਕਾਰਡਿੰਗ ਪਾਈ, ਐਪਲੀਕੇਸ਼ਨ ਪਾਈ ਹੈ ਹਨਾ, ਰਿਕੁਐਸਟ ਕੀਤੀ ਹੈ, ਉਹਨਾਂ ਦਾ ਵੀ ਰਿਵਰਟ ਨਹੀਂ ਆਇਆ। ਇਟ ਮੀਨ ਕੀ ਹੈ ਸਰ ਸਾਰੇ ਇੱਕੋ ਹੀ ਨੇ। ਤੁਸੀਂ ਉਹਨਾਂ ਨੂੰ ਤੁਹਾਨੂੰ ਐਮਐਲਏ ਸਾਹਿਬ ਦਾ ਬਾਅਦ ਚ ਕਾਲ ਆਇਆ ਵੀ ਕੋਈ ਗੱਲ ਨਹੀਂ ਤੁਸੀਂ ਨਾ ਇਸ ਤਰੀਕੇ ਨਾਲ ਮਾਮਲੇ 'ਚ ਕੋਈ ਜਾਂ ਮੈਥੋਂ ਗਲਤੀ ਹੋ ਗਈ ਜਾਂ ਇਸ ਤਰੀਕੇ ਮੇਰੇ ਬੰਦਿਆਂ ਤੋਂ ਗਲਤੀ ਹੋ ਗਈ? ਕੋਈ ਹਜੇ ਤੱਕ ਅਪੋਲੋਜਾਈਜ਼ ਦਾ ਕੋਈ ਨਹੀਂ ਲੈਣਾ ਦੇਣਾ ਹੈ, ਕੋਈ ਮੈਨੂੰ ਇਸ ਤਰ੍ਹਾਂ ਦਾ ਕੋਈ ਫੋਨ ਨਹੀਂ ਆਇਆ ਜੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਤਾਂ ਗੱਲਬਾਤ ਕੀਤੀ ਨੀਤੂ ਸਿੰਘ ਦੇ ਨਾਲ, ਉਹਨਾਂ ਦਾ ਕਹਿਣਾ ਕਿ ਸਾਡੇ ਨਾਲ ਮਿਸਬਿਹੇਵ ਕੀਤਾ ਗਿਆ, ਇਮੀਗ੍ਰੇਸ਼ਨ ਦਾ ਇਹਨਾਂ ਦਾ ਕੰਮ ਆ, ਉਹ ਕਹਿੰਦੇ ਵੀਜ਼ਾ ਜਿਹੜੇ ਪੈਸੇ ਸੀ ਉਹ ਵੀ ਅਸੀਂ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਹਾਂ, ਅਤੇ ਇਸੇ ਤਰੀਕੇ ਨਾਲ ਉਹ ਮਾਮਲਾ ਸੀ। ਪਰ ਉਸ ਦੇ ਵਿੱਚ ਐਮਐਲਏ ਵੱਲੋਂ ਬੁਲਾਇਆ ਜਾਣਾ ਇੱਕ ਵੱਡਾ ਸਵਾਲ ਹੈ ਕਿ ਨਾ ਤਾਂ ਐਮਐਲਏ ਕੋਲ ਨਿਆਂਪਾਲਿਕਾ ਦੀ ਪਾਵਰ ਹੈ, ਵਿਧਾਨ ਪਾਲਿਕਾ ਉਹਦਾ ਸਿਰਫ ਕੰਮ ਕਾਨੂੰਨ ਬਣਾਉਣਾ ਹੁੰਦਾ, ਐਮਐਲਏ ਕਿਸੇ ਨੂੰ ਇੰਸਟਰਕਸ਼ਨ ਨਹੀਂ ਦੇ ਸਕਦਾ। ਉਹ ਕਹਿੰਦੇ ਸਾਡੇ ਦਫ਼ਤਰ ਪੇਸ਼ ਹੋਵੋ, ਇਹ ਨਵਾਂ ਕੰਮ ਹੈ। ਪਹਿਲਾਂ ਅਕਾਲੀ ਦਲ ਤੇ ਐਲੀਗੇਸ਼ਨ ਲੱਗਦੇ ਰਹੇ ਸੀ ਕਿ ਉਹਨਾਂ ਦਾ ਹਲਕਾ ਇੰਚਾਰਜ ਪ੍ਰਥਾ, ਉਹਨਾਂ ਨੇ ਵੱਧ ਪਾਵਰਾਂ ਦਿੱਤੀਆਂ ਹੋਈਆਂ ਸੀ ਆਪਣੇ ਵਿਧਾਇਕਾਂ ਨੂੰ, ਜਿਹੜੇ ਜਿਸ ਨੂੰ ਜੀ ਕਰਦਾ ਹੀ ਸੱਦ ਲੈਂਦੇ ਸੀ। ਪਰ ਆਮ ਆਦਮੀ ਪਾਰਟੀ ਜਿਹੜੀਆਂ ਇਹਨਾਂ ਚੀਜ਼ਾਂ ਨੂੰ ਖੰਡਨ ਕਰਕੇ ਸੱਤਾ ਵਿੱਚ ਆਈ ਸੀ ਕਿ ਅਸੀਂ ਇਹ ਕੰਮ ਨਹੀਂ ਕਰਾਂਗੇ, ਉਹਨਾਂ ਦੇ ਵਿਧਾਇਕਾਂ ਵੱਲੋਂ ਇਸ ਤਰੀਕੇ ਦੇ ਨਾਲ ਇੱਕ ਜੇ ਕੋਈ ਮਸਲਾ ਸਾਹਮਣੇ ਹੁੰਦਾ ਜਿਹਦੇ ਵਿੱਚ ਪੁਲਿਸ ਨੇ ਕਾਰਵਾਈ ਕਰਨੀ ਹੁੰਦੀ ਆ, ਪੁਲਿਸ ਕਰੇ ਜਾਂ ਜਿਹੜੇ ਸੰਬੰਧਿਤ ਪ੍ਰਸ਼ਾਸਨਿਕ ਅਧਿਕਾਰੀ ਆ ਉਹ ਕਰਨ, ਐਸਡੀਐਮ ਡੀਸੀ ਬੈਠੇ ਆ, ਜਦ ਐਮਐਲਏ ਕੋਲ ਅਜਿਹੀ ਕਿਹੜੀ ਪਾਵਰ ਹੈ ਕਿ ਉਹ ਆਪਣੇ ਦਫ਼ਤਰ ਸੱਦਦੇ ਆ, ਦਫ਼ਤਰ ਸੱਦ ਕੇ ਉਹਨਾਂ ਨਾਲ ਬਹਿਸਦੇ ਆ, ਬਹਿਸ ਕੇ ਉਹਨਾਂ ਤੋਂ ਬਾਅਦ ਉਹਨਾਂ ਦੇ ਦਫ਼ਤਰ ਤੇ ਰੇਡ ਕਰਵਾਉਂਦੇ ਆ, ਰੇਡ ਕਰਵਾਉਣ ਤੋਂ ਬਾਅਦ ਵੀ ਜਦ ਕੁਝ ਨਹੀਂ ਮਿਲਦਾ ਤਦ ਵੀ ਜਿਹੜਾ ਉਹਨਾਂ ਦੇ ਲਗਾਤਾਰ ਦਬਾਅ ਬਣਿਆ ਹੋਇਆ, ਕਦੇ ਪ੍ਰੈਸ ਕਾਨਫਰੰਸ ਰੋਕ ਲੈਣੀ, ਕਦੇ ਉਹਨਾਂ ਦੇ ਵਕੀਲ ਨੂੰ ਮੁਕਰਾ ਦੇਣਾ। ਤਾਂ ਇਸ ਤਰੀਕੇ ਦੀਆਂ ਜਿਹੜੀਆਂ ਘਟਨਾਵਾਂ ਤੇ ਕਿਤੇ ਨਾ ਕਿਤੇ ਸੋਚਣ ਦੀ ਲੋੜ। ਅਸੀਂ ਐਮਐਲਏ ਗਿਆਸਪੁਰਾ ਦਾ ਪੱਖ ਵੀ ਇਸ ਘਟਨਾ ਦੇ ਉੱਤੇ ਲਵਾਂਗੇ, ਜੇਕਰ ਉਹ ਸਾਡਾ ਫੋਨ ਚੱਕਣਗੇ ਤਾਂ ਪੱਖ ਜ਼ਰੂਰ ਲਿਆ ਜਾਵੇਗਾ, ਪੱਖ ਚਲਾਇਆ ਜਾਵੇਗਾ। ਹੈਲੋ ਐਮਐਲਏ ਸਾਹਿਬ। ਹਾਂਜੀ ਮਨਿੰਦਰਜੀਤ ਸਿੰਘ ਸਿੱਧੂ ਬੋਲ ਰਿਹਾ ਜੀ, ਲੋਕ ਆਵਾਜ਼ ਟੀਵੀ ਤੋਂ। ਹਾਂਜੀ ਐਮਐਲਏ ਸਾਹਿਬ, ਤੁਹਾਡੇ ਤੱਕ ਇਮੀਗ੍ਰੇਸ਼ਨ ਦੇ ਨਾਮ ਤੋਂ ਇਮੀਗ੍ਰੇਸ਼ਨ ਹੈ, ਲੜਕੀ ਹੈ ਨੀਤੂ ਸਿੰਘ, ਉਹਨਾਂ ਨੇ ਇਲਜ਼ਾਮ ਲਗਾਇਆ ਕਿ ਤੁਹਾਡੇ ਬੰਦਿਆਂ ਨੇ ਉਹਨਾਂ ਨਾਲ ਮਿਸਬਿਹੇਵ ਕੀਤਾ, ਤੁਸੀਂ ਵੀ ਆਪਸ 'ਚ ਮਿਸਬਿਹੇਵ ਕੀਤਾ ਜੀ ਉਹਨਾਂ ਨਾਲ। ਇਲਜ਼ਾਮ ਲਾ ਫਿਰ ਉਹਨੂੰ ਥਾਣੇ ਪੁਲਿਸ ਕੋਲ ਜਾਵੇ, ਜੇ ਕੋਈ ਉਹਦੇ ਕੋਲ ਹੈਗਾ ਸਬੂਤ, ਸਾਡੇ ਕੋਲ ਕਿਉਂ ਫੋਨ ਕਰਦੇ? ਹਾਂਜੀ ਬ੍ਰਦਰ ਤੁਸੀਂ ਇੱਥੇ ਆ ਕੇ ਗੱਲ ਕਰੋ, ਫੋਨ ਤੇ ਕੋਈ ਗੱਲ ਨਹੀਂ। ਪੱਖ ਤਾਂ ਸਰ ਲੈਣਾ ਹੀ ਆ ਨਾ ਜੀ ਫੋਨ ਤੇ ਹੁਣ ਅਸੀਂ। ਨਹੀਂ ਕੋਈ ਮੈਨੂੰ ਪਤਾ ਹੀ ਨਹੀਂ ਕੌਣ ਹੈ, ਮੈਨੂੰ ਪਤਾ ਹੀ ਨਹੀਂ। ਹਾਂਜੀ ਤੁਹਾਡੇ ਨਾਲ ਆਡੀਓ ਵੀ ਲੀਕ ਹੋਈ ਹੈ ਉਹਨਾਂ ਦੀ ਬਹਿਸਦਿਆਂ ਦੀ, ਤੁਸੀਂ ਕਹਿ ਰਹੇ ਹੋ ਕਿ ਦਫ਼ਤਰ ਤੇ ਰੇਡ ਮਾਰੋ। ਨਹੀਂ ਮੈਂ ਤਾਂ ਕੁਛ ਨਹੀਂ ਕਿਹਾ। ਤੁਹਾਡਾ ਇੱਥੇ ਕੁਛ ਕਹਿਣਾ ਨਹੀਂ ਜੀ? ਨਾ ਠੀਕ ਹੈ ਜੀ, ਥੈਂਕ ਯੂ।